ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੇ ਇਸ ਇਤਿਹਾਸਕ ਦਿਹਾੜੇ ਨਾਲ ਜੋੜਨ ਵਾਸਤੇ ਮਨ ਹੀ ਮਨ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡਾ ਮਨ ਗੁਰਮਤਿ ਦੀ ਵਿਚਾਰਧਾਰਾ ਨਾਲ ਗੁਰਬਾਣੀ ਕੀਰਤਨ ਨਾਲ ਜੁੜ ਸਕੇ ਅਤੇ ਗੁਰਬਾਣੀ ਵਿੱਚ ਆਏ ਹੋਏ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾ ਸਕੀਏ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਬੀਤੀ 14 ਤਰੀਕ ਅਤੇ 16 ਤਰੀਕ SGPC ਦੇ ਕੈਲੰਡਰ ਮੁਤਾਬਕ ਅਤੇ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਸ਼ਹੀਦੀ ਦਿਵਸ ਸੀ, ਜਿਸ ਨੂੰ ਸੰਸਾਰ ਭਰ ਦੇ ਅੰਦਰ ਸਿੱਖ ਸਮਾਜ ਵਿੱਚ ਬੜੀ ਸ਼ਰਧਾ ਅਤੇ ਪਿਆਰ ਦੇ ਨਾਲ ਮਨਾਇਆ ਗਿਆ ਜਾਂ ਇਸ ਦਿਹਾੜੇ ਨੂੰ ਯਾਦ ਕੀਤਾ ਗਿਆ। ਸਤਿਗੁਰੂ ਜੀ ਦੀ ਇਸ ਪਰਮ ਪਵਿੱਤਰ ਸ਼ਹਾਦਤ ਨੂੰ ਥਾਂ ਥਾਂ ਤੇ ਸਿਜਦੇ ਕੀਤੇ ਗਏ, ਪ੍ਰਣਾਮ ਕੀਤਾ ਗਿਆ, ਨਮਸਕਾਰਾਂ ਹੋਈਆਂ। ਉਸੇ ਹੀ ਸੰਬੰਧ ਵਿੱਚ ਅੱਜ ਆਪਾਂ ਸਤਿਗੁਰੂ ਜੀ ਦੀ ਇਸ ਪਵਿੱਤਰ ਯਾਦ ਵਿੱਚ ਜੁੜਨ ਦਾ ਯਤਨ ਕਰਨਾ। ਇਹ ਜਿਹੜੀ ਪਹਿਲੀ ਪੰਕਤੀ ਤੁਹਾਨੂੰ ਨਜ਼ਰ ਆ ਰਹੀ ਏ, ਇਹ ਗੁਰਬਾਣੀ ਵਿੱਚ ਦਰਜ ਏ ਤੇ ਭੱਟ ਮਥੁਰਾ ਜੀ ਦੀ ਲਿਖੀ ਹੋਈ ਹੈ। ਭੱਟ ਮਥੁਰਾ ਜੀ ਨੇ ਇਹ ਬਚਨ ਲਿਖੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ। ਧਰਨ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਆਪ ਜੀ ਫਰਮਾਉਂਦੇ ਨੇ ਕਿ ਇਸ ਪੂਰੇ ਬ੍ਰਹਿਮੰਡਾਂ ਦੇ ਅੰਦਰ ਜੋਤ ਸਵਰੂਪ ਵਾਹਿਗੁਰੂ ਪਰਮਾਤਮਾ ਬਿਰਾਜਮਾਨ ਹੈ। ਹਰ ਥਾਂ ਤੇ ਉਹ ਮਾਲਕ, ਉਸ ਦੀ ਸੱਤਾ, ਉਸ ਦੀ ਸ਼ਕਤੀ ਨੱਕਾ ਨੱਕ ਭਰੀ ਹੋਈ ਹੈ। ਮਥੁਰਾ ਭੱਟ ਜੀ ਆਖਦੇ ਨੇ ਕਿ ਉਹ ਜਿਹੜੀ ਸ਼ਕਤੀ ਹੈ, ਜਿਹੜੀ ਹਰ ਜਗ੍ਹਾ ਤੇ ਬਿਰਾਜਮਾਨ ਹੈ, ਉਹੋ ਹੀ ਸ਼ਕਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਪ੍ਰਗਟ ਹੋ ਗਈ। ਇੱਕ ਗੱਲ ਯਾਦ ਰੱਖਣ ਵਾਲੀ ਏ ਕਿ ਉਸ ਪਰਮਾਤਮਾ ਦੀ ਸੱਤਾ, ਉਸ ਦੀ ਸ਼ਕਤੀ ਸਾਡੇ ਸਭਨਾਂ ਦੇ ਅੰਦਰ ਮੌਜੂਦ ਏ, ਲੇਕਿਨ ਹੈ ਗੁਪਤ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਪ੍ਰਗਟ ਹੋਈ ਕਿ ਉਹ ਪ੍ਰਤੱਖ ਹਰ ਹੋ ਨਿਬੜੇ। ਪ੍ਰਤੱਖ ਦਾ ਮਤਲਬ ਹੁੰਦਾ ਹੈ ਜਿਹੜਾ ਸਾਹਮਣੇ ਹੋਵੇ, ਜਿਸ ਨੂੰ ਅੱਖਾਂ ਨਾਲ ਵੇਖ ਸਕੀਏ। ਗੁਰੂ ਅਰਜਨ ਸਾਹਿਬ ਤੇ ਅਕਾਲ ਪੁਰਖ ਵਾਹਿਗੁਰੂ ਜੋ ਨਿਰਗੁਣ ਸਵਰੂਪ ਵਿੱਚ ਏ, ਉਹਨਾਂ ਦੋਹਾਂ ਵਿੱਚ ਕੋਈ ਵੀ ਭਿੰਨ ਭੇਦ ਨਹੀਂ, ਕੋਈ ਵੀ ਫਰਕ ਨਹੀਂ। ਗੁਰ ਅਰਜਨ ਪ੍ਰਤੱਖ ਹਰ ਹਨ। ਜੇ ਕਿਸੇ ਨੇ ਪ੍ਰਮਾਤਮਾ ਦਾ ਦੀਦਾਰ ਕਰਨਾ ਹੋਵੇ ਕਿ ਉਹ ਗੁਰੂ ਅਰਜਨ ਸਾਹਿਬ ਦਾ ਦਰਸ਼ਨ ਕਰ ਲਵੇ
ਤੇ ਇੱਕੋ ਹੀ ਗੱਲ ਏ, ਰੱਬ ਨੂੰ ਵੇਖ ਲਿਆ, ਗੁਰੂ ਅਰਜਨ ਸਾਹਿਬ ਦਾ ਦਰਸ਼ਨ ਕਰ ਲਿਆ। ਇੱਕ ਗੱਲ ਹੋਰ ਸਮਝਣ ਵਾਲੀ ਏ ਕਿ ਅੱਜ ਗੁਰੂ ਅਰਜਨ ਦੇਵ ਮਹਾਰਾਜ ਦਾ ਸਰੀਰ ਸਾਡੇ ਪਾਸ ਮੌਜੂਦ ਨਹੀਂ, ਜਿਸ ਦੇ ਅਸੀਂ ਦਰਸ਼ਨ ਕਰ ਸਕੀਏ। ਅੱਜ ਉਹਨਾਂ ਦੀ ਪਵਿੱਤਰ ਬਾਣੀ, ਉਹਨਾਂ ਦੀ ਪਰਮ ਪਵਿੱਤਰ ਵਿਚਾਰਧਾਰਾ, ਉਹ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਦਮਾਨ ਹੈ। ਸਾਨੂੰ ਸਭਨਾਂ ਨੂੰ ਚਾਹੀਦਾ ਕਿ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਉਹਨਾਂ ਦੀ ਬਾਣੀ ਵਿੱਚੋਂ ਅਸੀਂ ਕਰੀਏ। ਸੋ ਆਓ ਯਤਨ ਕਰਦੇ ਹਾਂ, ਅੱਜ ਦੀ ਵਿਚਾਰ ਸ਼ੁਰੂ ਕਰੀਏ। ਅੱਜ ਮੈਂ ਆਪ ਜੀ ਦੇ ਨਾਲ ਜਿਹੜੇ ਬਚਨ ਸਾਂਝੇ ਕਰਨੇ ਨੇ, ਪਹਿਲਾ ਬਚਨ ਹੈ ਗੁਰੂ ਜੀ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਹੈ। ਦੂਸਰਾ ਬਚਨ ਸਾਂਝਾ ਕਰਨਾ ਹੈ ਕਿ ਉਹਨਾਂ ਦੀ ਸ਼ਹਾਦਤ ਦੇ ਕਾਰਨ ਕੀ ਸਨ। ਤੀਸਰਾ ਬਚਨ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ। ਕਿ ਸੱਚਮੁੱਚ ਇਹੋ ਜਿਹੇ ਤਸੀਹੇ ਕੋਈ ਆਦਮੀ ਆਪਣੇ ਸਰੀਰ ਤੇ ਤੇਰਾ ਕੀਆ ਮਿੱਠਾ ਲਾਗੇ ਕਹਿ ਕੇ ਸਹਿਨ ਕਰ ਸਕਦਾ ਏ। ਬਸ ਇਹ ਇੱਕੋ ਹੀ ਮਿਸਾਲ ਕਾਫੀ ਏ, ਗੁਰੂ ਅਰਜਨ ਪ੍ਰਤੱਖ ਹਰ। ਬਸ ਉਹ ਰੱਬੀ ਰੂਪ ਸਨ ਤੇ ਇੰਨੇ ਜ਼ਬਰਦਸਤ ਸਖਤ ਤਸੀਹੇ ਉਹ ਆਪਣੇ ਸਰੀਰ ਉੱਤੇ ਝੱਲ ਗਏ। ਚੌਥੇ ਨੰਬਰ ਤੇ ਸ਼ੇਖ ਅਹਿਮਦ ਸਰਹੰਦੀ, ਜਿਸ ਦਾ ਬੜਾ ਹੀ ਵੱਡਾ ਹੱਥ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਅੰਦਰ। ਉਹਨੇ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ। ਬਹੁਤ ਸਾਰੀਆਂ ਚਿੱਠੀਆਂ ਡਾਕਟਰ ਗੰਡਾ ਸਿੰਘ ਜੀ ਅਤੇ ਸਰਦਾਰ ਕਪੂਰ ਸਿੰਘ, ਉਹਨਾਂ ਨੇ ਆਪਣੀਆਂ ਲੇਖਣੀਆਂ ਦੇ ਵਿੱਚ ਲਿਖੀਆਂ ਹੋਈਆਂ ਨੇ। ਇੱਕ ਚਿੱਠੀ ਜਿਹੜੀ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਵਿੱਚ ਲਿਖੀ ਏ, ਉਹਦੀਆਂ ਕੁਝ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਆਓ, ਪਹਿਲਾ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਏ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 998 ਤੇ ਮੌਜੂਦ ਏ। ਇਹ ਸਾਰਾ ਸ਼ਬਦ ਤੁਸੀਂ ਆਪ ਪੜ੍ਹਨ ਦੀ ਖੇਚਲ ਕਰਨਾ। ਜਿਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਏਕਾ ਨਿਰਭਉ ਬਾਤ ਸੁਣੀ। ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ, ਮੈਂ ਇੱਕ ਗੱਲ ਸੁਣੀ ਸੀ, ਤੇ ਸੁਣੀ ਸੀ ਰੱਬ ਦੇ ਬਾਰੇ, ਕਿ ਜਿਹੜਾ ਮਨੁੱਖ ਰੱਬ ਜੀ ਨੂੰ ਚੇਤੇ ਕਰਦਾ ਹੈ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਨਿਰਭਉ ਹੋ ਜਾਂਦਾ। ਉਸ ਨੂੰ ਫਿਰ ਕਿਸੇ ਗੱਲ ਦਾ ਕੋਈ ਡਰ ਨਹੀਂ ਰਹਿ ਜਾਂਦਾ। ਨਾ ਉਹਨੂੰ ਤੱਤੀ ਤਵੀ ਡਰਾ ਸਕਦੀ ਏ, ਨਾ ਉਸ ਨੂੰ ਉਬਲਦੀ ਦੇਗ ਦੇ ਉਬਾਲੇ ਡਰਾ ਸਕਦੇ ਨੇ, ਨਾ ਸੀਸ ਵਿੱਚ ਪੈਂਦੀ ਹੋਈ ਗਰਮ ਰੇਤ ਉਸ ਨੂੰ ਗਰਮ ਕਰ ਸਕਦੀ ਏ। ਏਕਾ ਨਿਰਭਉ ਬਾਤ ਸੁਣੀ। ਇਹ ਗੱਲ ਮੈਂ ਸੁਣੀ ਹੋਈ ਏ, ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ। ਪਰ ਇਹ ਗੱਲ ਤੇ ਆਪਾਂ ਵੀ ਬੜੀ ਵਾਰੀ ਸੁਣੀ ਏ। ਪਰ ਮੈਂ ਜੇ ਆਪਣੀ ਗੱਲ ਕਰਾਂ, ਤੁਹਾਡੀ ਤੇ ਮੈਂ ਨਹੀਂ ਭਲਾ ਕਰ ਸਕਦਾ। ਮੈਂ ਆਪਣੀ ਗੱਲ ਕਰਾਂ ਤੇ ਇਉਂ ਪ੍ਰਤੀਤ ਹੁੰਦਾ ਕਿ ਮੈਂ ਅੱਜ ਤੱਕ ਸੁਣਿਆ ਹੀ ਕੁਝ ਨਹੀਂ। ਬਸ ਐਵੇਂ ਅੱਖਾਂ ਹੀ ਉੱਤੋਂ ਦੀ ਲੰਘਾ ਦਿੱਤੀਆਂ ਨੇ, ਜਾਂ ਜ਼ਬਾਨੀ ਕਲਾਮੀ ਇਹਨਾਂ ਨੂੰ ਪੜ੍ਹ ਲਿਆ ਸ਼ਬਦਾਂ ਨੂੰ, ਪਰ ਗੱਲ ਸੁਣੀ ਨਹੀਂ। ਜਿਸ ਦਿਨ ਗੱਲ ਸੁਣ ਗਈ, ਅੰਦਰ ਉਤਰ ਗਈ, ਫਿਰ ਆਪਾਂ ਵੀ ਨਿਰਭਉ ਹੋ ਜਾਵਾਂਗੇ। ਆਪਾਂ ਨਿਰਭਉ ਕਿਉਂ ਨਹੀਂ ਹੋਏ? ਬਸ ਅਜੇ ਤੱਕ ਆਪਾਂ ਸੁਣਿਆ ਹੀ ਨਹੀਂ। ਆਪਣੇ ਪੰਜਾਬੀ ਵਿੱਚ ਲੋਕ ਕਹਿੰਦੇ ਨੇ, ਇੱਧਰੋਂ ਸੁਣੀ ਉੱਧਰ ਕੱਢ ਦਿੱਤੀ।
ਬਸ ਆਪਾਂ ਅਜੇ ਇੱਥੇ ਹੀ ਖਲੋਤੇ ਆ। ਇਹ ਗੱਲ ਮੈਂ ਆਪਣੀ ਕਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸੋ ਸੁਖੀਆ ਸੋ ਸਦਾ ਸੁਹੇਲਾ, ਗੁਰ ਮਿਲ ਗਾਏ ਗੁਣੀ। ਆਹ ਗੱਲ ਸੁਣੀਏ ਤੇ ਸੁਣੀ ਹੋਏਗੀ ਵੱਡਿਆਂ ਬਜ਼ੁਰਗਾਂ ਤੋਂ, ਤਾਂ ਹੀ ਉਹਨਾਂ ਨੇ ਲਿਖਿਆ ਕਿ ਮੈਂ ਸੁਣੀ ਇਹ ਗੱਲ। ਸੁਣੀ ਹੋਏਗੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ, ਪੜ੍ਹੀ ਹੋਏਗੀ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਵਿਚਾਰਿਆ ਹੋਏਗਾ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ, ਉਹਦੇ ਵਿੱਚੋਂ ਹੀ ਇਹ ਗੱਲ ਸੁਣੀ ਹੋਏਗੀ। ਕੀ ਸੁਣਿਆ? ਕਿ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਗੁਰੂ ਨੂੰ ਮਿਲ ਕੇ, ਉਹ ਸਦਾ ਲਈ ਸੁਖੀ ਤੇ ਸੁਹੇਲਾ ਹੋ ਜਾਂਦਾ। ਉਹ ਫਿਰ ਦੁਖੀ ਹੁੰਦਾ ਹੀ ਨਹੀਂ, ਜਿੰਨੇ ਮਰਜ਼ੀ ਦੁੱਖ ਆ ਜਾਣ। ਆਪਾਂ ਵੇਖਦੇ ਹਾਂ ਜੇਠ ਦਾ ਮਹੀਨਾ, ਅੱਜ ਕੱਲ੍ਹ ਦੇ ਦਿਨ, ਉਸ ਪੰਜਾਬ ਦੇ ਖਿੱਤੇ ਤੇ, ਲਾਹੌਰ ਉਦੋਂ ਪੰਜਾਬ ਵਿੱਚ ਹੀ ਸੀ, ਇਸ ਪੰਜਾਬ ਦੇ ਖਿੱਤੇ ਵਿੱਚ ਕਿੰਨੀ ਗਰਮੀ ਪੈਂਦੀ ਏ। ਇੰਨੀ ਵੱਡੀ ਗਰਮੀ, ਫਿਰ ਤਪਦੀ ਹੋਈ ਰੇਤ, ਫਿਰ ਤਪਦੀ ਹੋਈ ਤੱਤੀ ਤਵੀ, ਫਿਰ ਉਬਲਦਾ ਹੋਇਆ ਪਾਣੀ। ਕੋਈ ਵੀ ਚੀਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁਖੀ ਨਾ ਕਰ ਸਕੀ। ਉਹ ਇੰਨੇ ਸ਼ਾਂਤ ਰਹੇ ਕਿ ਜੇ ਸਾਈਂ ਮੀਆਂ ਮੀਰ ਵਰਗਿਆਂ ਨੇ ਵੀ ਆ ਕੇ ਆਖਿਆ ਕਿ ਗੁਰੂ ਜੀ ਇਹ ਕੀ ਹੋ ਰਿਹਾ ਹੈ, ਸਤਿਗੁਰਾਂ ਨੇ ਆਖਿਆ ਸੀ, ਸਾਈਂ ਜੀ ਸਰੀਰ ਦੇ ਮੋਹ ਤੋਂ ਉੱਤੇ ਉੱਠ ਜਾਓ। ਤੁਸੀਂ ਮੇਰੇ ਸਰੀਰ ਨੂੰ ਦੁਖੀ ਹੁੰਦਿਆਂ ਵੇਖ ਰਹੇ ਹੋ, ਤੁਸੀਂ ਮੇਰੀ ਆਤਮਾ ਮਤਾ ਧਿਆਨ ਕਿਉਂ ਨਹੀਂ ਕਰਦੇ? ਮੇਰੀ ਆਤਮਾ ਕਿੰਨੀ ਪ੍ਰਸੰਨ ਚੇਤੇ, ਕਿਉਂਕਿ ਮੈਂ ਸੱਚ ਦੇ ਰਾਹ ਤੇ ਤੁਰਿਆ ਹਾਂ ਤੇ ਸੱਚ ਦੇ ਰਾਹ ਤੇ ਪ੍ਰਮਾਤਮਾ ਮੈਨੂੰ ਕਾਮਯਾਬੀ ਦੇ ਰਿਹਾ। ਇਸ ਲਈ ਮੈਂ ਕਿਉਂ ਉਦਾਸ ਹੋਵਾਂ, ਮੈਂ ਕਿਉਂ ਨਿਰਾਸ਼ ਹੋਵਾਂ? ਮੈਂ ਜਿਸ ਮਿਸ਼ਨ ਨੂੰ ਲੈ ਕੇ ਚੱਲਿਆ, ਜਾਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਮੈਂ ਅੱਗੇ ਤੋਰਿਆ ਹੈ, ਮੈਂ ਉਹਦੇ ਤੇ ਕਾਮਯਾਬ ਹੋ ਰਿਹਾ ਹਾਂ। ਮੈਂ ਕਿਉਂ ਦੁਖੀ ਹੋਵਾਂ? ਸਰੀਰ ਦੇ ਮੋਹ ਨੂੰ ਤਿਆਗੋ, ਇਸ ਤੋਂ ਉੱਚੇ ਉੱਠੋ। ਇਹ ਸਨ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਤੇ ਉਹਨਾਂ ਨੇ ਨਾਲ ਇੱਕ ਬਚਨ ਹੋਰ ਆਖਿਆ ਸੀ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਹੇ ਪ੍ਰਮਾਤਮਾ ਜੀ, ਮੇਰੇ ਮਨ ਵਿੱਚ ਤੇਰੇ ਪ੍ਰਤੀ ਕੋਈ ਉਲਾਮਾ ਨਹੀਂ ਪੈਦਾ ਹੋਇਆ। ਨਾ ਮੈਂ ਕਦੀ ਕਿਸੇ ਨੂੰ ਆਖਿਆ ਹੈ ਕਿ ਮੈਂ ਤੇ ਸੁਖਮਨੀ ਸਾਹਿਬ ਦੀ ਬਾਣੀ ਵੀ ਉਚਾਰੀ, ਮੈਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਤਿਆਰ ਕਰਵਾਈ, ਮੈਂ ਤੇ ਹਰਮੰਦਰ ਵੀ ਬਣਵਾਇਆ, ਤੇ ਮੈਨੂੰ ਇੰਨੇ ਦੁੱਖ ਤੇ ਤਸੀਹੇ ਕਿਉਂ ਦਿੱਤੇ ਜਾ ਰਹੇ ਨੇ? ਮੈਂ ਕਿਸੇ ਨੂੰ ਉਲਾਮਾ ਨਹੀਂ ਦਿੱਤਾ। ਮੈਂ ਖੁਸ਼ ਹਾਂ, ਮੈਨੂੰ ਤਸੱਲੀ ਏ, ਮੇਰੇ ਅੰਦਰ ਤਸੱਲੀ ਦੀ ਭਾਵਨਾ ਏ ਕਿ ਮੈਂ ਕੁਝ ਵੀ ਮਾੜਾ ਨਹੀਂ ਕੀਤਾ ਸੰਸਾਰ ਦੇ ਅੰਦਰ। ਜਦੋਂ ਤੋਂ ਦੁਨੀਆ ਵਿੱਚ ਆਇਆ ਮੈਂ ਸੇਵਾ ਕੀਤੀ ਏ, ਸਿਮਰਨ ਕੀਤਾ ਹੈ, ਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਮੈਂ ਅੱਗੇ ਤੋਰਿਆ। ਉਹ ਸਚਾਈ ਦਾ ਆਧਾਰ ਸੀ, ਉਸ ਆਧਾਰ ਨੂੰ ਲੈ ਕੇ ਮੈਂ ਅੱਗੇ ਚੱਲਿਆ। ਪਰ ਜੇ ਇਹ ਤਸੀਹੇ ਮੈਨੂੰ ਮਿਲ ਰਹੇ ਨੇ, ਇਹ ਮੇਰੇ ਮਾਲਕ ਦੀ ਰਜ਼ਾ ਹੈ, ਇਹ ਮੇਰੇ ਮਾਲਕ ਦਾ ਭਾਣਾ ਹੈ। ਹੋ ਸਕਦਾ ਹੈ ਮੇਰਾ ਮਾਲਕ ਮੇਰੇ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਸਿਖਾਉਣਾ ਚਾਹੁੰਦਾ ਹੋਵੇ ਕਿ ਜੇ ਤੁਸੀਂ ਸੱਚ ਦੇ ਰਾਹ ਤੇ ਤੁਰੋ ਤੇ ਤੁਹਾਨੂੰ ਜਿੰਨੇ ਵੀ ਦੁੱਖ ਆ ਜਾਣ, ਜਿੰਨੀਆਂ ਵੀ ਤਕਲੀਫਾਂ ਆ ਜਾਣ, ਗੁਰੂ ਅਰਜਨ ਦੇਵ ਦਾ ਧਿਆਨ ਧਰ ਕੇ ਉਹਨਾਂ ਨੂੰ ਜਰ ਲੈਣਾ, ਉਹਨਾਂ ਨੂੰ ਸਹਿਣ ਕਰ ਲੈਣਾ। ਸ਼ਾਇਦ ਮੈਨੂੰ ਉਹ ਅਕਾਲ ਪੁਰਖ ਵਾਹਿਗੁਰੂ ਲੋਕਾਂ ਦੇ ਸਾਹਮਣੇ ਇਸ ਢੰਗ ਦੇ ਤਸੀਹੇ ਦਿਵਾ ਕੇ ਕੋਈ ਇੱਕ ਨਵਾਂ ਰਸਤਾ ਤਿਆਰ ਕਰਵਾਉਣਾ ਚਾਹ ਰਿਹਾ। ਔਰ ਜਿਹੜਾ ਹੋਇਆ, ਅੱਜ ਤੱਕ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ, ਜਿਹੜੀਆਂ ਸੱਚਮੁੱਚ ਹੀ ਜਿਹੜੇ ਲੋਕ ਸੱਚ ਦੇ ਰਾਹ ਤੇ ਤੁਰੇ ਨੇ, ਚਾਹੇ ਉਹ ਭਾਈ ਮਤੀ ਦਾਸ ਹੋਣ, ਭਾਈ ਸਤੀ ਦਾਸ ਹੋਣ, ਭਾਈ ਦਿਆਲ ਦਾਸ ਹੋਣ, ਭਾਈ ਮਣੀ ਸਿੰਘ ਹੋਣ, ਜਿੰਨੇ ਵੀ ਸਿੱਖ ਸ਼ਹੀਦਾਂ ਦੇ ਤੁਸੀਂ ਨਾਂ ਲੈ ਕੇ ਵੇਖੋ, ਉਹਨਾਂ ਦੇ ਸਾਹਮਣੇ ਗੁਰੂ ਅਰਜਨ ਸਾਹਿਬ ਦੀ ਤਸਵੀਰ ਰਹੀ ਹਮੇਸ਼ਾ ਹੀ।
ਮੈਂ ਇਤਿਹਾਸ ਵਿੱਚ ਪੜ੍ਹਿਆ ਹੈ ਕਿ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਲੱਗੇ ਸਨ, ਦੇਗ ਦਾ ਪਾਣੀ ਉਬਲ ਰਿਹਾ ਸੀ ਤੇ ਭਾਈ ਸਾਹਿਬ ਨੂੰ ਆਖਿਆ ਸੀ ਇਹਦੇ ਵਿੱਚ ਬੈਠੋ। ਭਾਈ ਸਾਹਿਬ ਨੇ ਦੇਗ ਦੇ ਕੋਲ ਖਲੋ ਕੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਸੀ। ਭਾਈ ਸਾਹਿਬ ਨੇ ਆਖਿਆ ਸੀ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ, ਕੋਈ ਵਕਤ ਸੀ ਤੁਸੀਂ ਲਾਹੌਰ ਦੇ ਅੰਦਰ ਇਸੇ ਹੀ ਦੇਗਚੇ ਦੇ ਅੰਦਰ ਉਬਲਦੇ ਪਾਣੀ ਵਿੱਚ ਚੌਂਕੜਾ ਲਗਾ ਕੇ ਇਉਂ ਬੈਠੇ ਸੋ ਜਿਵੇਂ ਹਿਮਾਲਿਆ ਦੀ ਚੋਟੀ ਉੱਤੇ ਸ਼ਿਵ ਸਮਾਧੀ ਲਾ ਕੇ ਬੈਠਾ ਹੋਵੇ। ਅੱਜ ਤੇਰਾ ਸਿੱਖ ਉਸੇ ਹੀ ਦੇਗੇ ਦੇ ਵਿੱਚ ਉਬਲਣ ਲਈ ਜਾ ਰਿਹਾ ਹੈ, ਮੇਰੇ ਤੇ ਮਿਹਰ ਕਰਨ। ਇਹ ਸੀ ਰਸਤਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚ ਦੇ ਮਾਰਗ ਤੇ ਚੱਲ ਕੇ ਸਾਡੇ ਵਾਸਤੇ ਜਾਂ ਸ਼ਹੀਦਾਂ ਵਾਸਤੇ ਇੱਕ ਜਰਨੈਲੀ ਸੜਕ ਬਣਾ ਕੇ ਵਿਖਾ ਦਿੱਤੀ। ਅੱਗੇ ਆਖਦੇ ਨੇ, ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨੈ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋਹ ਹੈ ਦਰਬਾਰਾ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦਾ ਸਦਾ ਸਹਾਇਕ ਬਣ ਕੇ ਰਹਿੰਦਾ। ਸੰਗੀ ਦਾ ਮਤਲਬ ਹੁੰਦਾ ਸਾਥੀ, ਜਿਹੜਾ ਹਰ ਵਕਤ ਨਾਲ ਹੋਵੇ। ਉਹ ਪਰਮਾਤਮਾ ਹਰ ਵੇਲੇ ਆਪਣੇ ਭਗਤਾਂ ਦੇ ਨਾਲ ਰਹਿੰਦਾ ਹੈ। ਉਹਦੇ ਜਿਹੜੇ ਭਗਤ ਹੁੰਦੇ ਨੇ ਉਹ ਪਰਮਾਤਮਾ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਨੇ, ਕਿਉਂਕਿ ਉਹਨਾਂ ਨੇ ਇੱਕ ਗੱਲ ਸੁਣ ਲਈ ਹੁੰਦੀ ਏ ਕਿ ਜਿਹੜਾ ਗੁਰੂ ਨੂੰ ਮਿਲ ਕੇ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ ਉਹ ਸਦਾ ਹੀ ਸੁਖੀ ਤੇ ਸੁਹੇਲਾ ਰਹਿੰਦਾ ਹੈ, ਉਹ ਨਿਰਭਉ ਹੋ ਜਾਂਦਾ ਹੈ। ਬਾਕੀ ਸਭ ਸੰਸਾਰ ਡਰ ਦੇ ਅਧੀਨ ਜਿਉਂਦਾ ਹੈ। ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨੈ ਹਾਰਾ। ਇੱਕ ਅਕਾਲ ਪੁਰਖ ਵਾਹਿਗੁਰੂ ਕਿਸੇ ਤੋਂ ਨਹੀਂ ਡਰਦਾ ਤੇ ਦੂਸਰਾ ਉਹਦੇ ਭਗਤ ਜਿਹੜੇ ਨੇ ਉਹ ਨਿਰਭਉ ਹੋ ਜਾਂਦੇ ਨੇ। ਬਾਕੀ ਹਰ ਚੀਜ਼ ਹੀ ਡਰ ਦੇ ਅੰਦਰ। ਸਾਨੂੰ ਕੋਈ ਨਾ ਕੋਈ ਡਰ ਬਣਿਆ ਰਹਿੰਦਾ, ਕਿਤੇ ਆਹ ਨਾ ਹੋ ਜੇ, ਕਿਤੇ ਉਹ ਨਾ ਹੋ ਜੇ। ਲੇਕਿਨ ਪ੍ਰਮਾਤਮਾ ਦੇ ਪਿਆਰੇ ਇਹਨਾਂ ਡਰਾਂ ਤੋਂ ਉੱਚੇ ਉੱਠ ਜਾਂਦੇ। ਸੋ ਇਹ ਸੀ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸ਼ਬਦ ਪਲੀਜ਼ ਸਾਰੇ ਜਣੇ ਘਰ ਜਾ ਕੇ ਸਾਰਾ ਸ਼ਬਦ ਜ਼ਰੂਰ ਪੜ੍ਹਿਆ ਜੀ। ਤੁਹਾਨੂੰ ਬੜਾ ਆਨੰਦ ਆਏਗਾ ਕਿਸ ਤਰ੍ਹਾਂ ਅਸੀਂ ਸਾਰੇ ਜੀ ਜੰਤੂ ਡਰ ਰਹੇ ਹਾਂ। ਇੱਥੋਂ ਤੱਕ ਧਰਮ ਰਾਜਾ ਵੀ ਡਰ ਰਿਹਾ, ਸਭ ਦੇਵੀਆਂ ਦੇਵਤੇ ਡਰ ਰਹੇ ਨੇ, ਇਹ ਧਰਤੀ ਆਕਾਸ਼ ਡਰ ਰਹੇ ਨੇ। ਬਸ ਦੋ ਚੀਜ਼ਾਂ ਨਹੀਂ ਡਰਦੀਆਂ, ਇੱਕ ਪਰਮਾਤਮਾ ਤੇ ਇੱਕ ਜਿਹੜਾ ਗੁਰੂ ਨੂੰ ਮਿਲ ਕੇ ਉਹਦੇ ਗੁਣ ਗਾਉਂਦਾ ਹੈ, ਉਹ ਨਹੀਂ ਡਰਦਾ। ਬਾਕੀ ਸਾਰਾ ਸੰਸਾਰ ਮਾਇਆ ਦੇ ਤਿੰਨੇ ਗੁਣ ਇਹ ਡਰ ਦੇ ਅੰਦਰ ਗਰਸੇ ਹੋਏ ਨੇ। ਸੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ। ਕਾਰਨ ਕੀ ਹੋ ਸਕਦੇ ਨੇ? ਵਿਦਵਾਨ ਲੋਕਾਂ ਨੇ ਲਿਖਿਆ, ਇੱਕ ਤੇ ਮੁੱਖ ਕਾਰਨ ਨੇ, ਦੂਸਰੇ ਸ਼ਹਾਦਤ ਦੇ ਸਹਿ ਕਾਰਨ ਨੇ। ਮੁੱਖ ਕਾਰਨ ਤੇ ਕੱਲਾ ਜਹਾਂਗੀਰ ਹੈ। ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਮੁੱਖ ਕਾਰਨ ਹੈ ਉਹ ਵਕਤ ਦਾ ਬਾਦਸ਼ਾਹ ਕੱਲਾ ਹੀ ਜਹਾਂਗੀਰ ਹੈ, ਹੋਰ ਕੋਈ ਕਾਰਨ ਨਹੀਂ ਹੈ। ਆ ਜਿਹੜੇ ਦੂਜੇ ਕਾਰਨ ਨੇ, ਮੈਂ ਇਹਨਾਂ ਨੂੰ ਨਾ ਸਾਰੇ ਕਾਰਨਾਂ ਦੇ ਕਰਨ ਵਾਲਿਆਂ ਨੂੰ 4 ਹਿੱਸਿਆਂ ਵਿੱਚ ਵੰਡਿਆ। ਇਹ ਜਿਹੜੇ ਥੱਲੇ ਵਾਲੇ 3 ਹਿੱਸੇ ਨੇ ਇਹ ਸਹਿ ਕਾਰਨ ਹੋ ਸਕਦੇ ਨੇ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਸਹਿਯੋਗੀ ਹੋ ਸਕਦੇ ਨੇ, ਲੇਕਿਨ ਇਹ ਮੁੱਖ ਕਾਰਨ ਨਹੀਂ ਹਨ। ਮੁੱਖ ਕਾਰਨ ਕੱਲਾ ਜਹਾਂਗੀਰ ਹੈ। ਜਹਾਂਗੀਰ ਆਪਣੀ ਸਵੈ ਜੀਵਨੀ ਵਿੱਚ ਲਿਖਦਾ, ਮੈਂ ਪਿਛਲੇ ਸਾਲ ਜਦੋਂ ਆਪਾਂ ਸਤਿਗੁਰੂ ਜੀ ਦਾ ਸ਼ਹੀਦੀ ਦਿਵਸ ਮਨਾਇਆ ਸੀ, ਉਹ ਮੈਂ ਹੂਬਹੂ 2 ਚਿੱਠੀਆਂ ਪੜ੍ਹੀਆਂ ਸਨ, ਜਿਨ੍ਹਾਂ ਵਿੱਚ ਜਹਾਂਗੀਰ ਆਪ ਲਿਖਦਾ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ 3-4 ਪੀੜ੍ਹੀਆਂ ਤੋਂ ਇਹ ਝੂਠ ਦੀ ਦੁਕਾਨ ਬੜੀ ਗਰਮ ਸੀ।
ਉਹ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਝੂਠ ਦੀ ਦੁਕਾਨ ਦੱਸਦਾ ਹੈ। ਸੋ ਐਂ ਜੀਵਨੀ ਵਿੱਚ ਜਹਾਂਗੀਰ ਵੀ ਇਹ 3-4 ਪੀੜ੍ਹੀਆਂ ਤੋਂ ਦੁਕਾਨ ਬੜੀ ਗਰਮ ਸੀ। ਇਹਦੇ ਵਿੱਚ ਮੂਰਖ ਹਿੰਦੂ ਤੇ ਭੋਲੇ ਭਾਲੇ ਮੁਸਲਮਾਨ ਉਹ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ। ਇਸ ਤਰ੍ਹਾਂ ਜਹਾਂਗੀਰ ਨੇ ਲਿਖਿਆ। ਤੇ ਮੈਂ ਚਾਹੁੰਦਾ ਸਾਂ ਕਿ ਜਾਂ ਤੇ ਇਸ ਜਿਹੜਾ ਆਪਣੇ ਆਪ ਨੂੰ ਵਲੀ ਹੋਣ ਦਾ ਢੋਂਗ ਪਿੱਟ ਰਿਹਾ, ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਲਿਖਦਾ ਹੈ, ਇਸ ਨੂੰ ਇਸਲਾਮ ਵਿੱਚ ਸ਼ਾਮਲ ਕਰ ਲਵਾਂ ਤੇ ਜਾਂ ਇਸ ਨੂੰ ਖਤਮ ਕਰ ਦੇ। ਸੋ ਇਹਦਾ ਮਤਲਬ ਹੈ ਕਿ ਮੁੱਖ ਕਾਰਨ ਜਹਾਂਗੀਰ ਹੀ ਹੈ, ਹੋਰ ਕੋਈ ਨਹੀਂ। ਜਿਹੜੀਆਂ ਗੱਲਾਂ ਆਪਾਂ ਪਿੱਛੇ ਕੁਛ ਵਿਚਾਰਵਾਨਾਂ ਤੋਂ ਆਖ ਲਈਏ, ਪ੍ਰਚਾਰਕਾਂ ਤੋਂ ਆਖ ਲਈਏ, ਇਤਿਹਾਸਕਾਰਾਂ ਤੋਂ ਕਹਿ ਲਈਏ ਸੁਣੀਆਂ ਨੇ, ਕਾਰਨ ਉਹ ਸਹਿ ਕਾਰਨ ਨੇ। ਜਿਵੇਂ ਚੰਦੂ ਦੀ ਬੇਟੀ ਦਾ ਰਿਸ਼ਤਾ ਨਾ ਲੈਣਾ, ਜਿਵੇਂ ਸਖੀ ਸਰਵਰੀਏ ਨੇ, ਜਿਵੇਂ ਉਹ ਭਗਤ ਆਏ ਸਨ, ਸਾਡੀ ਬਾਣੀ ਚੜਾ ਲਵੋ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਜ ਕਰ ਲਵੋ, ਇਹ ਸਾਰੇ ਸਹਿ ਕਾਰਨ ਨੇ। ਸ਼ਿਕਾਇਤਾਂ ਜਹਾਂਗੀਰ ਤੱਕ ਪਹੁੰਚੀਆਂ ਸਨ, ਲੇਕਿਨ ਜਹਾਂਗੀਰ ਇਸ ਤੋਂ ਪਹਿਲਾਂ ਹੀ ਚਾਹ ਰਿਹਾ ਸੀ ਕਿ ਇਹ ਕੰਮ ਮੈਂ ਕਰਨਾ ਹੈ ਜੇ ਮੈਂ ਗੱਦੀ ਤੇ ਬੈਠ ਗਿਆ ਤਾਂ। ਸੋ ਮੂਲ ਰੂਪ ਵਿੱਚ ਜਹਾਂਗੀਰ ਜਿਹੜਾ ਹੈ ਇਹ ਕਾਰਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ। ਇਸ ਤਰ੍ਹਾਂ ਆਖੀਏ ਕਿ ਜਿਹੜੀ ਥੱਲੇ ਅੱਗ ਹੈ ਨਾ, ਤਵੀ ਦੇ ਥੱਲੇ ਜਾਂ ਦੇਗਚੇ ਦੇ ਥੱਲੇ ਬਲਦੀ, ਇਹ ਅੱਗ ਤੇ ਜਹਾਂਗੀਰ ਨੇ ਬਾਲੀ, ਲੇਕਿਨ ਉਸ ਅੱਗ ਤੇ ਤੇਲ ਪਾਇਆ ਥੱਲੇ ਵਾਲੇ ਲੋਕਾਂ ਨੇ, ਉਹਨੂੰ ਬਲਣ ਵਿੱਚ ਸਹਾਇਤਾ ਦਿੱਤੀ ਇਹਨਾਂ ਲੋਕਾਂ ਨੇ। ਉਹ ਕਿਵੇਂ ਸਹਾਇਕ ਹੋਏ ਨੇ, ਆਪਾਂ ਸੰਖੇਪ ਜੀ ਹੀ ਵਿਚਾਰ ਕਰਾਂਗੇ ਇਹਦੇ ਤੇ। ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ, ਇਹ ਦੋ ਆਦਮੀ ਨੇ ਜਿਹੜੇ ਨਕਸ਼ਬੰਦੀ ਸਿਲਸਿਲੇ ਦੇ ਨਾਲ ਸੰਬੰਧਿਤ ਨੇ। ਅੱਜ ਦੇ ਦਿਹਾੜੇ ਇਸਲਾਮ ਦੇ ਅੰਦਰ ਬਹੁਤ ਸਾਰੇ ਫਿਰਕੇ ਨੇ। ਉਦੋਂ ਮੂਲ ਰੂਪ ਵਿੱਚ ਇਹ ਦੋ ਫਿਰਕੇ ਸਨ, ਇੱਕ ਸੂਫੀਵਾਦ ਸੀ ਤੇ ਇੱਕ ਨਕਸ਼ਬੰਦੀ ਸਨ। ਜਿਹੜੇ ਸੂਫੀ ਸੰਤ ਸਾਧੂ ਸਨ ਉਹ ਇਸਲਾਮ ਦਾ ਪ੍ਰਚਾਰ ਤਾਂ ਕਰਦੇ ਸਨ, ਲੇਕਿਨ ਉਹ ਕਿਸੇ ਨਾਲ ਧੱਕਾ ਨਹੀਂ ਸੀ ਕਰਦੇ, ਕਿਸੇ ਨਾਲ ਜ਼ਬਰਦਸਤੀ ਨਹੀਂ ਸੀ ਕਰਦੇ ਕਿ ਤੈਨੂੰ ਇਸਲਾਮ ਧਾਰਨ ਕਰਨਾ ਹੀ ਪਵੇਗਾ। ਲੇਕਿਨ ਜਿਹੜੇ ਨਕਸ਼ਬੰਦੀ ਸਨ ਇਹ ਧੱਕਾ ਕਰਦੇ ਸਨ, ਇਹ ਜ਼ਬਰਦਸਤੀ ਕਰਦੇ ਸਨ। ਇਹ ਦੋ ਆਦਮੀ ਨੇ ਜਿਨ੍ਹਾਂ ਨੇ ਜਹਾਂਗੀਰ ਨੂੰ ਬਾਦਸ਼ਾਹ ਬਣਨ ਤੋਂ ਪਹਿਲਾਂ ਉਹਦੇ ਨਾਲ ਮਿਲ ਕੇ ਇਹ ਮਤਾ ਪਕਾ ਲਿਆ ਸੀ ਕਿ ਅਸੀਂ ਤੈਨੂੰ ਬਾਦਸ਼ਾਹ ਬਣਨ ਵਿੱਚ ਸਹਾਇਤਾ ਕਰਾਂਗੇ, ਕਿਉਂਕਿ ਜਿਹੜਾ ਅਕਬਰ ਸੀ ਜਹਾਂਗੀਰ ਦਾ ਪਿਤਾ, ਉਹ ਪਹਿਲਾਂ ਇਹ ਚਾਹ ਰਿਹਾ ਸੀ ਕਿ ਆਪਣੇ ਪੋਤਰੇ ਖੁਸਰੋ ਨੂੰ ਰਾਜ ਦਾ ਪ੍ਰਬੰਧ ਸੌਂਪੇ। ਲੇਕਿਨ ਆਹ ਜਿਹੜੇ ਦੋ ਬੰਦੇ ਨੇ, ਅਹਿਮਦ ਸਰਹੰਦੀ ਤੇ ਸ਼ੇਖ ਬੁਖਾਰੀ, ਇਹਨਾਂ ਨੇ ਮਿਲ ਕੇ ਅਕਬਰ ਨੂੰ ਵੀ ਆਖਿਆ ਕਿ ਜਹਾਂਗੀਰ ਹੀ ਇੱਕ ਇਹੋ ਜਿਹਾ ਆਦਮੀ ਹੈ ਜਿਹੜਾ ਹਿੰਦੁਸਤਾਨ ਦੇ ਰਾਜ ਨੂੰ ਠੀਕ ਢੰਗ ਨਾਲ ਚਲਾ ਸਕਦਾ ਹੈ। ਤੇ ਉਹਦੇ ਨਾਲ ਪੱਟੀ ਇਹ ਪੱਕੀ ਕੀਤੀ ਕਿ ਅਸੀਂ ਤੈਨੂੰ ਬਾਦਸ਼ਾਹ ਬਣਨ ਵਿੱਚ ਸਹਾਇਤਾ ਕਰਾਂਗੇ ਤੇ ਤੂੰ ਸਾਡੀ ਸਹਾਇਤਾ ਕਰੇਂਗਾ। ਉਹਨੇ ਆਖਿਆ ਸੀ ਮੈਂ ਤੁਹਾਡੀ ਸਹਾਇਤਾ ਕੀ ਕਰਨੀ ਹੈ। ਤੇ ਇਹਨਾਂ ਦੋ ਆਦਮੀਆਂ ਨੇ ਆਖਿਆ ਸੀ ਜਿਹੜੀ ਆ ਦੁਕਾਨ ਗਰਮ ਹੈ 3-4 ਪੀੜ੍ਹੀਆਂ ਤੋਂ ਇਸ ਦੁਕਾਨ ਨੂੰ ਬੰਦ ਕਰਨਾ। ਉਹਨੇ ਗੱਲ ਮੰਨੀ ਸੀ ਤੇ ਫਿਰ ਇਹ ਜਹਾਂਗੀਰ ਬਾਦਸ਼ਾਹ ਬਣਿਆ ਸੀ। ਹੁਣ ਅਸੀਂ ਸੰਖੇਪ ਵਿੱਚ ਹੀ ਗੱਲ ਕਰਨੀ ਹੈ, ਹਿਸਟਰੀ ਤੇ ਬੜੀ ਲੰਮੀ ਹੈ, ਕਈ ਦਿਨ ਮੰਗਦੀ ਹੈ, ਲੇਕਿਨ ਸੰਖੇਪ ਵਿੱਚ ਇਹ ਦੱਸਣਾ ਚਾਹਾਂਗਾ ਕਿ ਜਹਾਂਗੀਰ ਜਦੋਂ ਬਾਦਸ਼ਾਹ ਬਣਿਆ, ਇਹਦੇ ਪੁੱਤਰ ਖੁਸਰੋ ਨੇ, ਛੋਟਾ ਪੁੱਤਰ ਇਹਨੇ ਬਗਾਵਤ ਕਰ ਦਿੱਤੀ। ਬਗਾਵਤ ਕੀਤੀ ਤੇ ਇਹ ਦਿੱਲੀੋਂ ਲਾਹੌਰ ਨੂੰ ਜਾ ਰਿਹਾ ਹੈ। ਇਹਦੇ ਪਿੱਛੇ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਇਸ ਨੇ ਸ਼ੇਖ ਫਰੀਦ ਬੁਖਾਰੀ ਨੂੰ ਕੁਝ ਫੌਜੀ ਆਦਮੀ ਦੇ ਕੇ ਇਹਦੇ ਪਿੱਛੇ ਲਾਇਆ ਕਿ ਇਸ ਨੂੰ ਫੜ ਕੇ ਮਾਰਿਆ ਜਾਏ। ਇਹਨੇ ਬਗਾਵਤ ਕੀਤੀ ਹੈ। ਜੇ ਇਹ ਬਾਦਸ਼ਾਹ ਬਣਿਆ ਤੇ ਜਿਹੜਾ ਅਸੀਂ ਮਸਲਾ ਲੈ ਕੇ ਚੱਲੇ ਆ, ਇਸ਼ੂ ਲੈ ਕੇ ਚੱਲੇ ਆ, ਸਾਡਾ ਉਹ ਮਸਲਾ ਹੱਲ ਨਹੀਂ ਹੋਣ ਵਾਲਾ। ਇਹ ਸ਼ੇਖ ਬੁਖਾਰੀ ਇਹਦੇ ਪਿੱਛੇ ਚੱਲਿਆ, ਉਹਦੇ ਪਿੱਛੇ ਨਾਲ ਹੀ ਜਹਾਂਗੀਰ ਚੱਲਿਆ।
ਇਹ ਬਿਆਸ ਤੋਂ ਪਾਰ ਹੋਏ ਨੇ ਤੇ ਇਤਿਹਾਸ ਲਿਖਦਾ ਹੈ ਕਿ ਇਸ ਨੇ ਗੋਇੰਦਵਾਲ ਗੁਰੂ ਕੇ ਲੰਗਰ ਵਿੱਚ ਬਹਿ ਕੇ ਲੰਗਰ ਛਕਿਆ ਖੁਸਰੋ ਨੇ, ਹੋਰ ਕੁਝ ਨਹੀਂ। ਕਿਉਂਕਿ ਇਤਿਹਾਸ ਕੁਝ ਚੀਜ਼ਾਂ ਹੁੰਦੀਆਂ ਨੇ ਅਸੀਂ ਸੁਣੀਆਂ ਸੁਣਾਈਆਂ ਕਹਿ ਦਿੰਦੇ ਆ, ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਤੁਹਾਡੇ ਕੋਲ ਪ੍ਰਤੱਖ ਪ੍ਰਮਾਣ ਹੁੰਦੇ ਨੇ। ਜਿਹੜੀਆਂ ਪ੍ਰਮਾਣਿਕ ਚੀਜ਼ਾਂ ਨੇ ਉਹ ਬਾਅਦ ਵਿੱਚ ਸਾਹਮਣੇ ਆਉਂਦੀਆਂ ਨੇ, ਜਿਹੜੀਆਂ ਸੁਣੀਆਂ ਸੁਣਾਈਆਂ ਹਵਾਵਾਂ ਹੁੰਦੀਆਂ ਨੇ ਪਹਿਲਾਂ ਉੱਡ ਜਾਂਦੀਆਂ ਨੇ। ਉਹ ਜਿਹੜੀ ਗੱਲ ਹੈ ਕਿ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੁਰਮਾਨਾ ਲਾਇਆ 3 ਲੱਖ ਰੁਪਈਆ, ਉਹ ਵੀ ਨਿਰਮੂਲ ਹੈ। ਇਹ ਵੀ ਨਿਰਮੂਲ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੇ ਮੱਥੇ ਤੇ ਤਿਲਕ ਲਾਇਆ ਸੀ ਰਾਜ ਦਾ, ਇਹ ਵੀ ਗੱਲ ਨਿਰਮੂਲ ਸਾਬਤ ਹੋ ਰਹੀ ਹੈ। ਕਿਉਂਕਿ ਉਹ ਜਿਹੜੀਆਂ ਚਿੱਠੀਆਂ ਨੇ ਨਾ ਇਹਦੀਆਂ ਸ਼ੇਖ ਅਹਿਮਦ ਸਰਹੰਦੀ ਦੀਆਂ, ਉਹ ਤੇ ਜਿਹੜਾ ਤੁਜ਼ਕੇ ਜਹਾਂਗੀਰੀ ਵਿੱਚ ਜਹਾਂਗੀਰ ਖੁਦ ਲਿਖ ਰਿਹਾ, ਉਹ ਚੀਜ਼ਾਂ ਦੋ ਗਵਾਹੀ ਦਿੰਦੀਆਂ ਨੇ ਕਿ ਉਹ ਸਾਰੀਆਂ ਗੱਲਾਂ ਬੜੀਆਂ ਪਿੱਛੇ ਨੇ ਤੇ ਛੋਟੀਆਂ ਨੇ। ਇੱਕ ਗੱਲ ਜਿਹੜੀ ਮੁੱਖ ਸੀ ਉਹ ਸੀ ਕਿ ਸਿੱਖੀ ਦਾ ਪ੍ਰਚਾਰ, ਗੁਰੂ ਨਾਨਕ ਦੇ ਮੱਤ ਦਾ ਪ੍ਰਚਾਰ ਜਿਹੜਾ ਹੈ, ਉਸ ਦੇ ਤਹਿਤ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਸਿੱਖ ਬਣਦੇ ਜਾ ਰਹੇ ਨੇ ਤੇ ਇਸਲਾਮ ਨੂੰ ਖਤਰਾ ਜਾਪਦਾ ਹੈ ਉਹਨਾਂ। ਬਸ ਮੁੱਖ ਕਾਰਨ ਆ ਜੀ। ਇਹ ਜਦੋਂ ਖੁਸਰੋ ਇੱਥੋਂ ਲੰਘ ਗਿਆ ਲੰਗਰ ਛਕ ਕੇ, ਜਹਾਂਗੀਰ ਪਿੱਛੇ ਆ ਰਿਹਾ, ਜਿਵੇਂ ਜਿਵੇਂ ਇਹਨੂੰ ਪਤਾ ਲੱਗਦਾ ਜਾ ਰਿਹਾ ਹੈ ਕਿ ਫਲਾਣੇ ਫਲਾਣੇ ਆਦਮੀ ਨੇ ਖੁਸਰੋ ਦੀ ਇਮਦਾਦ ਕੀਤੀ ਏ, ਇਹ ਪਿੱਛੇ ਆਉਂਦਾ ਉਹਨਾਂ ਨੂੰ ਸਜ਼ਾਵਾਂ ਦਿੰਦਾ ਆ ਰਿਹਾ। ਜਿੰਨੇ ਜਿੰਨੇ ਵੀ ਖੁਸਰੋ ਦੇ ਨਾਲ ਜਰਾ ਜਿੰਨੀ ਗੱਲ ਵੀ ਕੀਤੀ, ਇਹਨੂੰ ਪਤਾ ਲੱਗ ਗਿਆ ਵੀ ਫਲਾਣਾ ਬੰਦਾ ਉਹਨੂੰ ਮਿਲਿਆ ਸੀ, ਉਸੇ ਨੂੰ ਫੜ ਕੇ ਸਜ਼ਾ ਦਵਾਈ ਤੇ ਸਜ਼ਾ ਬੜੀਆਂ ਸਖਤ ਦਿੰਦਾ ਸੀ। ਇਤਿਹਾਸ ਕਹਿੰਦਾ ਕਿ ਇਹਨੂੰ ਸ਼ੌਕ ਸੀ ਕਿਸੇ ਬੰਦੇ ਨੂੰ ਸਾਹਮਣੇ ਖੜਾ ਕਰਕੇ ਉਹਦੀ ਖੱਲ ਉਤਰਵਾ ਦੇਣੀ ਜਿਉਂਦੇ ਦੀ, ਤੇ ਹੱਸਣਾ ਤਾੜੀਆਂ ਮਾਰ ਮਾਰ ਕੇ ਜਦੋਂ ਉਹ ਚੀਕ ਚਹਾੜਾ ਪਾ ਰਿਹਾ ਹੁੰਦਾ। ਇਤਿਹਾਸ ਵਿੱਚ ਲਿਖਿਆ ਇੱਕ ਬੰਦੇ ਦੀ ਇਹਨੇ ਪੁੱਠੀ ਇਸ ਤਰ੍ਹਾਂ ਖੱਲ ਜਿਉਂਦੇ ਦੀ ਉਤਰਵਾ ਦਿੱਤੀ। ਕਸੂਰ ਕੀ ਸੀ ਉਹਦਾ? ਕਸੂਰ ਇੰਨਾ ਸੀ ਕਿ ਜਹਾਂਗੀਰ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਗਿਆ ਸੀ ਕਿਤੇ, ਤੇ ਉਹ ਬੰਦਾ ਉੱਥੋਂ ਕਿਤੋਂ ਲੰਘਦਾ ਸੀ ਪਿਆ। ਉਹਦੇ ਲੰਘਣ ਦੇ ਨਾਲ ਜਿਹੜਾ ਸ਼ਿਕਾਰ ਸੀ ਜਹਾਂਗੀਰ ਦਾ, ਉਹ ਦੌੜ ਕੇ ਪਰੇ ਚਲਾ ਗਿਆ। ਬਸ ਇੰਨੀ ਗੱਲ ਹੋਈ ਏ, ਉਹਨੂੰ ਫੜ ਕੇ ਉਹਦੀ ਖੱਲ ਲਵਾ ਦਿੱਤੀ ਵੀ ਤੂੰ ਕਿਵੇਂ ਅੱਗੇ ਆ ਗਿਆ, ਮੈਂ ਨਿਸ਼ਾਨਾ ਬਣਾਇਆ ਸੀ ਤੇ ਤੂੰ ਅੱਗੇ ਆ ਗਿਆ ਤੇ ਮੇਰਾ ਸ਼ਿਕਾਰ ਓਲੇ ਹੋ ਗਿਆ। ਉਹਦੀ ਖੱਲ ਉਤਰਵਾ ਦਿੱਤੀ। ਉਹਦਾ ਸ਼ੌਕ ਸੀ। ਇਹ ਜਿਹੜੇ ਮੁਗਲ ਰਾਜੇ ਸਨ ਨਾ, ਇਹਨਾਂ ਸਾਰਿਆਂ ਦੇ ਇਹੋ ਜਿਹੇ ਕੁਚੱਜੇ ਹੀ ਸ਼ੌਕ ਸਨ। ਲੋਕਾਂ ਨੂੰ ਮਰਵਾਉਣਾ, ਤੜਪਾਉਣਾ, ਕਿਸੇ ਨੂੰ ਹਾਥੀ ਦੇ ਪੈਰਾਂ ਹੇਠਾਂ ਕੁਚਲ ਦਿਓ, ਕਿਸੇ ਨੂੰ ਹਾਥੀ ਫੜ ਕੇ ਲੱਤਾਂ ਤੋਂ ਐ ਪਟਕਾ ਕੇ ਮਾਰ ਰਿਹਾ ਜਿਵੇਂ ਕੱਪੜੇ ਬੀਬੀਆਂ ਧੋਂਦੀਆਂ ਸਨ। ਇਹ ਉਹਨਾਂ ਦੇ ਸ਼ੌਕ ਸਨ, ਲੋਕਾਂ ਨੂੰ ਤੰਗ ਕਰਨਾ ਤੇ ਪਰੇਸ਼ਾਨ ਕਰਨਾ। ਯਾਨੀ ਆਦਮੀ ਨੂੰ ਉਹ ਆਦਮੀ ਹੀ ਨਹੀਂ ਸਨ ਸਮਝਦੇ, ਕੀੜਿਆਂ ਮਕੌੜਿਆਂ ਤੋਂ ਵੱਧ ਕੁਝ ਵੀ ਨਹੀਂ ਸਨ ਉਹ ਸਮਝਦੇ। ਸੋ ਜਦੋਂ ਇੱਥੋਂ ਖੁਸਰੋ ਲੰਘ ਗਿਆ, ਇਹਨੇ 3 ਹੋਰ ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਸਨ, ਤੇ ਉਹ ਸਜ਼ਾਵਾਂ ਦਿੱਤੀਆਂ ਸਨ ਯਾਸਾ ਦੇ ਕਾਨੂੰਨ ਮੁਤਾਬਕ। ਯਾਸਾ ਜਿਹੜਾ ਕਾਨੂੰਨ ਇਹ ਚੰਗੇਜ਼ ਖਾਨ ਦਾ ਬਣਾਇਆ ਹੋਇਆ। ਮੈਂ ਇਤਿਹਾਸ ਵਿੱਚ ਪੜ੍ਹਿਆ ਕਿ ਉਹਨੇ ਇੱਕ ਕਿਤਾਬ ਲਿਖੀ ਸੀ, ਕਾਨੂੰਨਾਂ ਦੀ ਕਿਤਾਬ। ਉਹਦੇ ਵਿੱਚ ਸਾਰੇ ਉਹਨੇ ਕਾਨੂੰਨ ਬਣਾਏ ਸਨ ਕਿ ਕਿਸੇ ਯਾਨੀ ਦੂਜੇ ਧਰਮੀ ਨੂੰ ਸਜ਼ਾ ਕਿਵੇਂ ਦੇਣੀ ਹੈ, ਤੇ ਕਿਸੇ ਮੰਗੋਲ ਨੂੰ ਸਜ਼ਾ ਕਿਵੇਂ ਦੇਣੀ ਹੈ, ਕਿਸੇ ਇਸਲਾਮ ਮਤ ਵਾਲੇ ਨੂੰ ਸਜ਼ਾ ਕਿਵੇਂ ਦੇਣੀ। ਉਹਨੇ ਇੱਕ ਕਿਤਾਬ ਲਿਖੀ ਸੀ, ਉਹਦੇ ਵਿੱਚ ਯਾਸਾ ਦਾ ਇੱਕ ਕਾਨੂੰਨ ਉਹਨੇ ਬਣਾਇਆ ਸੀ, ਜਿਹੜਾ ਕਾਨੂੰਨ ਇਹ ਗੱਲ ਕਹਿੰਦਾ ਸੀ ਕਿ ਜਦੋਂ ਕਿਸੇ ਧਾਰਮਿਕ ਵਿਅਕਤੀ ਨੂੰ ਮਾਰਨਾ ਹੈ, ਉਹਨੂੰ ਕਤਲ ਕਰਨਾ ਹੈ, ਉਹਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਇਹ ਆਖਦੇ ਨੇ ਕਿ ਜਿਹੜਾ ਚੰਗੇਜ਼ ਖਾਨ ਇਹ ਬੜਾ ਵਹਿਮੀ ਤੇ ਭਰਮੀ ਕਿਸਮ ਦਾ ਆਦਮੀ ਸੀ। ਇਹਨੂੰ ਕਿਸੇ ਨਜ਼ੂਮੀਏ ਨੇ ਇੱਕ ਭਰਮ ਪਾ ਦਿੱਤਾ ਸੀ ਇਹਦੇ ਮਨ ਵਿੱਚ ਕਿ ਜਿਹੜੇ ਧਾਰਮਿਕ ਲੋਕ ਹੁੰਦੇ ਨੇ, ਜੇ ਤੂੰ ਇਹਨਾਂ ਨੂੰ ਮਾਰੇਂਗਾ ਕਿਸੇ ਨੂੰ ਵੀ, ਇਹਨੂੰ ਮਾਰਨ ਦੇ ਨਾਲ ਜਿਹੜੇ ਖੂਨ ਦੇ ਕਤਰੇ ਜ਼ਮੀਨ ਤੇ ਡਿੱਗਣਗੇ, ਓਨੀਆਂ ਹੀ ਬਦ ਰੂਹਾਂ ਪੈਦਾ ਹੋ ਜਾਣਗੀਆਂ। ਉਹ ਜਿਹੜੀਆਂ ਬਦ ਰੂਹਾਂ ਪੈਦਾ ਹੋਣਗੀਆਂ ਉਹ ਤੇਰੇ ਮਤ ਨੂੰ ਨੁਕਸਾਨ ਪਹੁੰਚਾਉਣਗੀਆਂ। ਇਸ ਲਈ ਇਹੋ ਜਿਹੇ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਫਿਰ ਇਹ ਪਤਾ ਕਿਵੇਂ ਮਰਵਾਉਂਦਾ ਸੀ ਲੋਕਾਂ ਨੂੰ? ਕਿਸੇ ਨੂੰ ਗਾਂ ਦੀ ਖੱਲ ਲਵਾ ਕੇ ਉਹਦੇ ਵਿੱਚ
ਬੰਦ ਕਰਕੇ ਉੱਤੋਂ ਉਹਨੂੰ ਚੰਗੀ ਤਰ੍ਹਾਂ ਸੀ ਦੇਣਾ ਕਿ ਉਹਨੂੰ ਵਿੱਚ ਹਵਾ ਨਾ ਪਹੁੰਚੇ, ਸਾਹ ਨਾ ਆਏ ਤੇ ਵਿੱਚੇ ਹੀ ਘੁੱਟ ਕੇ ਮਰ ਜਾਏ। ਇਸ ਤਰ੍ਹਾਂ ਇਸ ਜਹਾਂਗੀਰ ਨੇ ਉਸ ਚੰਗੇਜ਼ ਖਾਨ ਦੇ ਬਣਾਏ ਹੋਏ ਯਾਸਾ ਦੇ ਕਾਨੂੰਨ ਮੁਤਾਬਕ 3 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਸਨ, ਜਿਨ੍ਹਾਂ ਨੇ ਖੁਸਰੋ ਦੀ ਹਮਾਇਤ ਕੀਤੀ ਜਾਂ ਨਹੀਂ ਕੀਤੀ, ਬਟ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਕੀਤੀ ਹੈ। ਇਸ ਤਰ੍ਹਾਂ ਸਜ਼ਾਵਾਂ ਦਿੱਤੀਆਂ। ਉਹਨਾਂ ਵਿੱਚੋਂ ਇੱਕ ਹਸਨ ਬੇਗ, ਇੱਕ ਅਬਦੁਲ ਰਹੀਮ ਤੇ ਇੱਕ ਸ਼ੇਖ ਨਿਜ਼ਾਮ ਥਨੇਸਰੀ 3 ਨਾਂ ਆਉਂਦੇ ਨੇ। ਪਹਿਲੇ ਬੰਦੇ ਨੂੰ ਬਲਦ ਦੀ ਖੱਲ ਲਵਾ ਕੇ ਉਹਦੇ ਵਿੱਚ ਸੀ ਦਿੱਤਾ ਗਿਆ, 4 ਪਹਿਰਾਂ ਚੋਂ ਬੰਦਾ ਮਰ ਗਿਆ। ਦੂਸਰੇ ਨੂੰ ਖੋਤੇ ਦੀ ਖੱਲ ਲਵਾ ਕੇ ਉਹਦੇ ਵਿੱਚ ਮੜ ਦਿੱਤਾ ਗਿਆ, ਉਹ ਵੀ 4 ਪਹਿਰਾਂ 'ਚ ਮਰ ਗਿਆ। ਜਿਹੜਾ ਤੀਸਰਾ ਆਦਮੀ ਸੀ ਉਹ ਸੀ ਥਨੇਸਰੀ। ਉਹ ਸ਼ੇਖ ਨਿਜ਼ਾਮ ਇੱਕ ਧਾਰਮਿਕ ਵਿਅਕਤੀ ਸੀ। ਉਸ ਨੂੰ ਪਤਾ ਕੀ ਸਜ਼ਾ ਦਿੱਤੀ? ਪੱਲਿਓਂ ਪੈਸੇ ਦਿੱਤੇ ਤੇ ਆਖਿਆ ਤੂੰ ਹੱਜ ਕਰਨ ਮੱਕੇ ਚਲਾ ਜਾ ਤੇ ਉੱਥੋਂ ਵਾਪਸ ਨਾ ਆਈ। ਉਹਨੂੰ ਇਹ ਸਜ਼ਾ ਦਿੱਤੀ। ਸੋ ਇਹੋ ਜਿਹੇ ਖਿਆਲਾਂ ਦਾ ਆਦਮੀ ਸੀ। ਦੱਸਦੇ ਨੇ ਜਹਾਂਗੀਰ ਬੰਦੇ ਨੂੰ ਮਰਵਾਉਣ ਤੇ ਬੜਾ ਖੁਸ਼ ਹੁੰਦਾ ਸੀ, ਚਾਹੇ ਉਹਦਾ ਕੋਈ ਕਸੂਰ ਹੋਵੇ ਚਾਹੇ ਨਾ ਹੋਵੇ। ਪਰ ਦੂਜੇ ਪਾਸੇ ਉਹਦਾ ਹਾਥੀ ਸੀ ਜਿਹਦੇ ਤੇ ਸਵਾਰੀ ਕਰਦਾ ਸੀ। ਜੇ ਠੰਡ ਹੋਣੀ ਤੇ ਆਖਣਾ ਇਹਨੂੰ ਗਰਮ ਪਾਣੀ ਨਾਲ ਨਵਾਓ, ਇਹਦੇ ਉੱਤੇ ਰਜਾਈ ਪਾਓ। ਇਹੋ ਜਿਹੇ ਖਿਆਲ ਸਨ ਉਸ ਬੰਦੇ ਦੇ। ਸੋ ਪਸ਼ੂਆਂ ਨਾਲੋਂ ਵੀ ਬੰਦੇ ਨੂੰ ਘਟੀਆ ਸਮਝਦਾ ਸੀ। ਸੋ ਇਹ 3 ਤਰ੍ਹਾਂ ਦੀਆਂ ਉਹਨੇ ਇਹ 3 ਆਦਮੀਆਂ ਨੂੰ ਸਜ਼ਾਵਾਂ ਹੋਰ ਵੀ ਦਿੱਤੀਆਂ। ਅਖੀਰ ਜਦੋਂ ਇਹ ਲਾਹੌਰ ਪਹੁੰਚਿਆ ਤੇ ਲਾਹੌਰ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ, ਇਹ ਸਾਰੇ ਇਕੱਠੇ ਹੋਏ ਤੇ ਜਹਾਂਗੀਰ ਨੂੰ ਆਖਿਆ ਕਿ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਇਹਨਾਂ ਨੇ ਸਮਝ ਲਿਆ ਕਿ ਹੁਣ ਮੌਕਾ ਬੜਾ ਵਧੀਆ ਹੈ, ਕਿਉਂਕਿ ਬਾਦਸ਼ਾਹ ਉਹਨਾਂ ਲੋਕਾਂ ਨੂੰ ਸਜ਼ਾਵਾਂ ਦੇ ਰਿਹਾ, ਸਜ਼ਾਏ ਮੌਤ ਦੇ ਰਿਹਾ ਹੈ ਜਿਨ੍ਹਾਂ ਨੇ ਖੁਸਰੋ ਦੀ ਸਹਾਇਤਾ ਕੀਤੀ ਏ। ਤੇ ਭਾਵੇਂ ਗੁਰੂ ਅਰਜਨ ਸਾਹਿਬ ਨੇ ਖੁਸਰੋ ਦੀ ਸਹਾਇਤਾ ਤੇ ਨਹੀਂ ਕੀਤੀ, ਲੇਕਿਨ ਹੁਣ ਮੌਕਾ ਹੈ ਅਸੀਂ ਕਹੀਏ ਕਿ ਉਹਨੇ ਸਹਾਇਤਾ ਕੀਤੀ ਹੈ ਤੇ ਉਹਨਾਂ ਨੂੰ ਵੀ ਸਜ਼ਾ ਦੇਵੇ, ਉਹਨਾਂ ਨੂੰ ਵੀ ਮਰਵਾ ਦੇਵੇ ਤੇ ਗੱਲ ਖਤਮ ਹੋ ਜਾਏ। ਇਹਨਾਂ ਨੇ ਜਹਾਂਗੀਰ ਦੇ ਪਾਸ ਇਹ ਸ਼ਿਕਾਇਤ ਕੀਤੀ। ਜਹਾਂਗੀਰ ਨੇ ਸ਼ੇਖ ਇਹਨੂੰ ਫਰੀਦ ਬੁਖਾਰੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਵਾ ਕੇ ਲਾਹੌਰ ਬੁਲਵਾਇਆ ਤੇ ਦੱਸਦੇ ਨੇ 26 ਮਈ ਨੂੰ ਗੁਰੂ ਸਾਹਿਬ ਉੱਥੇ ਪਹੁੰਚ ਗਏ ਸਨ। 30 ਮਈ ਨੂੰ ਉਹਨਾਂ ਦੀ ਸ਼ਹਾਦਤ ਹੋਈ ਹੈ। ਪਹਿਲੇ ਦਿਨ ਜਹਾਂਗੀਰ ਦੇ ਦਰਬਾਰ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਇਤਿਹਾਸ ਲਿਖਦਾ ਕਿ ਬਹੁਤ ਸਾਰੇ ਬਚਨ ਹੋਏ ਵੀ ਤੁਸੀਂ ਤਿਲਕ ਲਾਇਆ ਖੁਸਰੋ ਨੂੰ, ਤੁਸੀਂ ਉਹਦੀ ਸਹਾਇਤਾ ਕੀਤੀ ਏ, ਤੁਸੀਂ ਉਸ ਨੂੰ ਉਹਦੇ ਲਈ ਅਰਦਾਸ ਕੀਤੀ ਏ, ਉਸ ਨੂੰ ਅਸੀਸ ਦਿੱਤੀ ਏ, ਉਹਨੂੰ ਰਾਜਾ ਹੋਣ ਦਾ ਤਿਲਕ ਦਿੱਤਾ ਹੈ। ਇਹ ਸਾਰੀਆਂ ਗੱਲਾਂ ਉੱਥੇ ਹੋਈਆਂ। ਗੁਰੂ ਸਾਹਿਬ ਨੇ ਆਖਿਆ ਇਹ ਸਾਰੀਆਂ ਹੀ ਗੱਲਾਂ ਨਿਰਮੂਲ ਨੇ, ਇਹਨਾਂ ਚੋਂ ਇੱਕ ਗੱਲ ਵੀ ਸੱਚੀ ਨਹੀਂ, ਸਾਰੀਆਂ ਹੀ ਝੂਠੀਆਂ ਨੇ। ਜਿਹੜੀ ਗੱਲ ਲੰਗਰ ਵਾਲੀ ਏ ਤੇ ਗੁਰੂ ਸਾਹਿਬ ਨੇ ਆਖਿਆ ਮੈਂ ਤੇ ਉਸ ਵਕਤ ਉੱਥੇ ਨਹੀਂ ਸਾਂ, ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦਾ ਲੰਗਰ ਹਰ ਆਦਮੀ ਲਈ ਖੁੱਲਾ, ਚਾਹੇ ਉਹ ਬਾਗੀ ਹੋਵੇ ਤੇ ਚਾਹੇ ਰਾਜਾ ਹੋਵੇ। ਲੰਗਰ ਕਿਸੇ ਲਈ ਕਦੇ ਬੰਦ ਨਹੀਂ ਕੀਤਾ ਜਾ ਸਕਦਾ, ਨਾ ਹੁੰਦਾ ਹੈ। ਤੈਨੂੰ ਯਾਦ ਹੋਣਾ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਆਖੇ ਸਨ ਕਿ ਤੇਰਾ ਪਿਓ ਅਕਬਰ ਆਇਆ ਸੀ, ਇਸੇ ਗੋਇੰਦਵਾਲ ਦੇ ਮੁਕਾਮ ਉਹ ਗੁਰੂ ਅਮਰਦਾਸ ਮਹਾਰਾਜ ਦੇ ਹੁੰਦਿਆਂ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ। ਜੇ ਤੇਰਾ ਪਿਓ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ ਤੇ ਤੈਨੂੰ ਕੋਈ ਆਪੱਤੀ ਨਹੀਂ, ਲੇਕਿਨ ਜੇ ਤੇਰਾ ਪੁੱਤਰ ਬਹਿ ਕੇ ਲੰਗਰ ਵਿੱਚ ਪ੍ਰਸ਼ਾਦਾ ਛਕ ਜੇ ਤੇ ਤੂੰ ਬੜਾ ਗਰਮ ਹੋਇਆ ਪਿਆ ਹੈ। ਇੱਥੋਂ ਤੱਕ ਬਚਨ ਹੋਏ ਸਨ ਉਸ ਸਭਾ ਦੇ ਅੰਦਰ। ਸਭਾ ਖਤਮ ਹੋ ਗਈ, ਲੇਕਿਨ ਇਹਨਾਂ ਆਦਮੀਆਂ ਨੇ ਜਹਾਂਗੀਰ ਨੂੰ ਭੜਕਾਇਆ। ਉਹਦੇ ਕੋਲੋਂ ਇੱਕ ਹੁਕਮ ਜਾਰੀ ਕਰਵਾਇਆ ਕਿ ਇਸ ਗੁਰੂ ਅਰਜਨ ਨੂੰ ਯਾਸਾ ਦੇ ਨਿਯਮ ਮੁਤਾਬਕ, ਕਾਨੂੰਨ ਮੁਤਾਬਕ ਇਸ ਨੂੰ ਸ਼ਹੀਦ ਕਰ ਦਿੱਤਾ ਜਾਏ। ਉਹ ਤੇ ਕਤਲ ਸ਼ਬਦ ਵਰਤਦੇ ਸਨ, ਕਤਲ ਕਰ ਦਿੱਤਾ ਜਾਏ। ਇਹ ਹੁਕਮ ਦੇ ਕੇ ਜਹਾਂਗੀਰ ਆਪ ਲਾਹੌਰ ਛੱਡ ਕੇ ਚਲਾ ਗਿਆ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਣ ਤਸੀਹੇ ਦਿੱਤੇ ਜਾਣੇ ਨੇ, ਲੇਕਿਨ ਪਹਿਲਾਂ ਮੈਂ ਆ ਵੀ ਥੋੜੀ ਜੀ ਗੱਲ ਕਰਨਾ ਚਾਹੁੰਦਾ ਕਿ ਤੀਸਰੇ ਨੰਬਰ ਤੇ ਬੀਰਬਲ ਤੇ ਚੰਦੂ, ਇਹ ਵੀ
ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਵਿੱਚ ਸਹਾਇਕ ਕਾਰਨ ਹਨ। ਬੀਰਬਲ ਅਕਬਰ ਦੇ ਦਰਬਾਰ ਵਿੱਚ ਮੰਤਰੀ ਸੀ ਤੇ ਇਹ ਬੜੀ ਆਪਣੀ ਕਿਸਮ ਦਾ ਆਦਮੀ ਸੀ। ਤੁਸੀਂ ਸਾਰੇ ਇਹਦੇ ਬੀਰਬਲ ਦੇ ਚੁਟਕਲੇ ਸੁਣੇ ਹੋਣੇ ਨੇ, ਜਾਣਦੇ ਹੋਵੋਗੇ ਇਹਦੇ ਬਾਰੇ। ਭਾਵੇਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਮਰ ਚੁੱਕਾ ਏ, ਲੇਕਿਨ ਜਹਾਂਗੀਰ ਦੇ ਕੰਨ ਇਹ ਵੀ ਭਰਦਾ ਰਿਹਾ, ਚੰਦੂ ਵੀ ਭਰਦਾ ਰਿਹਾ। ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਲੈਣੋਂ ਇਨਕਾਰ ਕਰ ਦਿੱਤਾ ਸੀ, ਉਹ ਵੀ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੈ। ਮੈਂ ਇਹਦੇ ਨਾਲ ਪ੍ਰਿਥੀ ਚੰਦ ਨੂੰ ਵੀ ਜੋੜਨਾ ਚਾਹੁੰਦਾ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਦਾ ਭਰਾ ਹੈ ਸਕਾ, ਲੇਕਿਨ ਉਹਨੇ ਵੀ ਘੱਟ ਨਹੀਂ ਗੁਜ਼ਾਰੀ। ਉਹ ਕਿਉਂ? ਕਿਉਂਕਿ ਉਹ ਗੁਰੂ ਅਰਜਨ ਸਾਹਿਬ ਤੋਂ ਵੱਡਾ ਏ ਤੇ ਉਹ ਇਸ ਤਰ੍ਹਾਂ ਸੋਚਦਾ ਸੀ ਕਿ ਜਿਹੜੀ ਇਹ ਗੁਰਿਆਈ ਦੀ ਜ਼ਿੰਮੇਵਾਰੀ ਇਹ ਮੈਨੂੰ ਮਿਲਣੀ ਚਾਹੀਦੀ ਸੀ, ਗੁਰੂ ਮੈਂ ਬਣਨਾ ਚਾਹੀਦਾ ਸਾਂ। ਗੁਰੂ ਰਾਮਦਾਸ ਜੀ ਨੇ ਇਸ ਨੂੰ ਗੁਰਿਆਈ ਦੇ ਕੇ ਮੇਰੇ ਨਾਲ ਜਿਹੜਾ ਹੈ ਵਾਅਦਾ ਕੀਤਾ, ਧੋਖਾ ਕੀਤਾ। ਤੇ ਉਹ ਕਈ ਵਾਰੀ ਕਦੀ ਸੁਲਹੀ ਖਾਂ ਨੂੰ ਲੈ ਕੇ ਆਇਆ, ਕਦੀ ਅਕਬਰ ਦੇ ਦਰਬਾਰ ਵਿੱਚ ਗਿਆ, ਕਦੀ ਜਹਾਂਗੀਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਮੇਰਾ ਹੱਕ ਮੈਨੂੰ ਦਿਵਾਇਆ ਜਾਏ। ਉਹ ਗੁਰਿਆਈ ਨੂੰ ਹੱਕ ਸਮਝਦਾ ਸੀ। ਸੋ ਇਹ ਪ੍ਰਿਥੀ ਚੰਦ ਵੀ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਨਾਲ ਸ਼ਾਮਲ ਏ। ਸਖੀ ਸਰਵਰੀਏ ਉਹ ਲੋਕ ਨੇ ਜਿਨ੍ਹਾਂ ਵਿੱਚੋਂ ਭਾਈ ਮੰਝ ਜੀ ਆਏ ਸਨ। ਭਾਈ ਮੰਝ ਗੁਰੂ ਅਰਜਨ ਦੇਵ ਮਹਾਰਾਜ ਦੇ ਵਕਤ ਆਏ ਸਨ ਤੇ ਗੁਰੂ ਸਾਹਿਬ ਦੇ ਸਿੱਖ ਬਣ ਗਏ ਸਨ। ਉਹਨਾਂ ਨੇ ਸਖੀ ਸਰਵਰ ਪੀਰ ਦੀ ਜਿਹੜੀ ਸਮਾਧ ਉਹਨੇ ਆਪਣੇ ਘਰ ਵਿੱਚ ਬਣਾਈ ਸੀ, ਉਸ ਨੂੰ ਪੁੱਟ ਕੇ ਬਾਹਰ ਸੁੱਟ ਦਿੱਤਾ ਸੀ ਤੇ ਸਖੀ ਸਰਵਰ ਹੋਣ ਤੋਂ ਉਹ ਮੁਨਕਰ ਹੋ ਗਿਆ ਸੀ, ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ। ਇਸ ਲਈ ਸਖੀ ਸਰਵਰੀਏ ਵੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਸ਼ਿਕਾਇਤਾਂ ਲੈ ਕੇ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚਦੇ ਰਹਿੰਦੇ ਸਨ। ਕੁਝ ਭਗਤ ਨੇ ਜਿਨ੍ਹਾਂ ਨੂੰ ਅਖੌਤੀ ਭਗਤ ਹੀ ਆਖ ਸਕਦੇ ਹਾਂ, ਜਿਨ੍ਹਾਂ ਵਿੱਚ ਕਾਨ੍ਹਾ, ਛੱਜੂ, ਪੀਲੂ, ਸ਼ਾਹ ਹੁਸੈਨ ਇਹ ਭਗਤ ਵੀ ਆਏ ਸਨ ਕਿ ਸਾਡੀ ਬਾਣੀ ਤੁਸੀਂ ਇਸ ਗ੍ਰੰਥ ਦੇ ਅੰਦਰ ਦਰਜ ਕਰ ਲਵੋ। ਗੁਰੂ ਸਾਹਿਬ ਨੇ ਆਖਿਆ ਸੀ ਜ਼ਰੂਰ ਕਰਾਂਗੇ, ਜੇ ਅਸੀਂ ਬਾਕੀ ਭਗਤਾਂ ਦੀ ਬਾਣੀ ਦਰਜ ਕਰਦੇ ਹਾਂ ਤੁਹਾਡੀ ਕਿਉਂ ਨਹੀਂ ਕਰਾਂਗੇ? ਜ਼ਰੂਰ ਕਰਾਂਗੇ, ਪਰ ਤੁਸੀਂ ਬਾਣੀ ਪੜ੍ਹ ਕੇ ਤਾਂ ਸੁਣਾਓ, ਹੈ ਕੀ ਹੈ ਤੁਹਾਡੇ ਕੋਲ? ਹੁਣ ਸਮਾਂ ਪੂਰਾ ਹੋ ਗਿਆ ਹੈ, ਮੈਂ ਬਾਣੀ ਦੀਆਂ ਪੰਕਤੀਆਂ ਤੇ ਨਹੀਂ ਪੜ੍ਹਦਾ ਜਿਹੜੀਆਂ ਉਹਨਾਂ ਨੇ ਸੁਣਾਈਆਂ ਸਨ, ਪਰ ਗੁਰੂ ਅਰਜਨ ਸਾਹਿਬ ਨੇ ਇਹ ਗੱਲ ਆਖੀ ਕਿ ਤੁਹਾਡੀ ਇਹ ਬਾਣੀ ਇਸ ਗ੍ਰੰਥ ਸਾਹਿਬ ਦੇ ਅੰਦਰ, ਇਸ ਆਦ ਬੀੜ ਦੇ ਅੰਦਰ ਸ਼ਾਮਲ ਕਰਨ ਦੇ ਯੋਗ ਨਹੀਂ, ਇਸ ਲਈ ਇਹ ਨਹੀਂ ਕੀਤੀ ਜਾ ਸਕਦੀ। ਸੋ ਇਹ ਸਾਰੇ ਬਚਨ, ਮੇਰਾ ਵਿਚਾਰ ਹੈ ਸਮਾਂ ਹੋ ਗਿਆ, ਆਪਾਂ ਨਾ ਫਿਰ ਮੈਂ ਛੇਤੀ ਨਾ ਕਰਾਂ। ਅਗਲੀ ਕਥਾ ਵਿੱਚ ਤੁਹਾਡੇ ਨਾਲ ਇਸ ਤੋਂ ਅਗਲੇ ਜਿਹੜੇ ਬਚਨ ਨੇ ਉਹ ਜ਼ਰੂਰ ਸਾਂਝੇ ਕਰਨ ਵਾਲੇ ਨੇ। ਇੱਕੋ ਚਿੱਠੀ ਜਿਹੜੀ ਹੈ ਸ਼ੇਖ ਬੁਖਾਰੀ, ਸ਼ੇਖ ਅਹਿਮਦ ਸਰਹੰਦੀ ਵਾਲੀ, ਉਹ ਵੀ ਜ਼ਰੂਰ ਪੜ੍ਹਨੀ ਹੈ ਤੇ ਗੁਰੂ ਸਾਹਿਬ ਨੂੰ ਫਿਰ ਤਸੀਹੇ ਕਿਵੇਂ ਦਿੱਤੇ ਗਏ ਉਹ ਵੀ ਆਪਾਂ ਜ਼ਰੂਰ ਸਮਝਾਂਗੇ। ਤੇ ਅਖੀਰ ਵਿੱਚ ਮੈਂ ਇਹੀ ਗੱਲ ਕਹਿ ਸਕਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸ਼ਹੀਦ ਹੋਏ, ਲੇਕਿਨ ਸ਼ਹਾਦਤਾਂ ਵਾਸਤੇ ਇੱਕ ਜਰਨੈਲੀ ਸੜਕ ਬਣਾ ਗਏ। ਉਹਨਾਂ ਲੋਕਾਂ ਨੂੰ ਇੱਕ ਸਿੱਧਾ ਰਸਤਾ ਵਿਖਾ ਗਏ ਜਿਹੜੇ ਲੋਕ ਸੱਚ ਦੇ ਮਾਰਗ ਤੇ ਚੱਲਣਾ ਚਾਹੁੰਦੇ ਨੇ, ਤੇ ਰਸਤਾ ਇਹ ਵਿਖਾ ਦਿੱਤਾ ਕਿ ਸੱਚ ਤੋਂ ਕਦੀ ਪਾਸਾ ਨਹੀਂ ਵੱਟਣਾ, ਕੁਰਬਾਨੀ ਕਰਨੀ ਪੈ ਤੇ ਕਰ ਦੇਣ, ਜਿੰਨੇ ਮਰਜ਼ੀ ਤਸੀਹੇ ਝੱਲਣੇ ਪੈਣ ਝੱਲ ਲੈਣਾ, ਲੇਕਿਨ ਸੱਚ ਤੋਂ ਕਦੀ ਮੁੱਖ ਨਾ ਮੋੜਨ। ਸੋ ਇੱਥੋਂ ਆਪਾਂ ਨਾ ਵਿਚਾਰ ਸ਼ਹਾਦਤ ਕਿਵੇਂ ਹੋਈ ਗੁਰੂ ਸਾਹਿਬ ਦੀ ਅਗਲੀ ਕਥਾ ਵਿੱਚ ਫਿਰ ਗੱਲਬਾਤ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।